ਏਜੰਡਾ ਉਹਨਾਂ ਦਾ ਬੜਾ ਕਲੀਅਰ ਹੈ। ਦੇ ਆਰ ਨਾਟ ਇੰਟਰਸਟਿਡ ਇਨ ਦ ਡਿਊ ਪ੍ਰੋਸੈਸ ਆਫ ਲਾਅ, ਦੇ ਆਰ ਇੰਟਰਸਟਿਡ ਇਨ maligning Mr. Majeethia because they see a threat in him. I have an order of the Honorable High Court ਜਿਹੜੇ ਕਿ ਜਿਸ 'ਚ ਡਾਇਰੈਕਸ਼ਨਸ ਨੇ ਔਰ ਫਾਈਂਡਿੰਗਸ ਨੇ that Bikram Majeethia is not involved in drug trade. ਕਿ ਜਦ ਤੁਸੀਂ ਸੁਪਰੀਮ ਕੋਰਟ ਗਏ ਸੀ ਤੁਸੀਂ 3 ਐਡੀਸ਼ਨਲ ਐਫੀਡੇਵਿਟ ਉੱਥੇ ਫਾਈਲ ਕੀਤੇ ਕਿ ਨਹੀਂ ਕੀਤੇ? ਉਹ 3 ਐਡੀਸ਼ਨਲ ਐਫੀਡੇਵਿਟ ਵਿੱਚ ਕੋਈ ਇਹ ਜਿਹੜੀ ਨਵੀਂ FIR ਹੈ ਉਹਦੇ ਵਿੱਚ ਕੋਈ ਇਹੋ ਜਿਹਾ ਮਟੀਰੀਅਲ ਹੈ ਜਿਹੜਾ ਉਹ 3 ਐਡੀਸ਼ਨਲ ਐਫੀਡੇਵਿਟਸ ਵਿੱਚ ਨਹੀਂ ਸੀ। क्या ये डायरेक्ट वायलेशन of the orders of the Honorable Supreme Court है या नहीं है? That question they will have to answer. और हिस्ट्री 'ਚ ਪਹਿਲੀ ਵਾਰ ਹੋਏਗਾ ਕਿ ਜਿਹੜੀ ਮੈਜ਼ਰਮੈਂਟ ਹੋਈ ਹੈ ਡਿਸਪ੍ਰੋਪੋਰਸ਼ਨੇਟ ਐਸੈਟਸ ਦੀ ਇਹਨਾਂ ਦੇ ਘਰੇ, ਜਿਹੜਾ ਉਹ ਰਿਕਵਰੀ ਹੈ ਉਹ FIR ਰਜਿਸਟਰ ਹੋਣ ਦੇ ਬਾਅਦ ਹੋਈ ਹੈ। ਕਦੇ ਵੀ ਵਿਜੀਲੈਂਸ ਨੇ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਨੋਟਿਸ ਨਹੀਂ ਦਿੱਤਾ, ਕਦੇ ਵੀ ਕਿਸੇ ਇਨਕੁਆਇਰੀ 'ਚ ਸ਼ਾਮਿਲ ਨਹੀਂ ਕੀਤਾ। The only statement that I have access to of Jagdish Bhola, ਉਹਨੇ ਕਿਹਾ ਜੀ ਕਿ ਮੈਂ ਬਿਕਰਮ ਸਿੰਘ ਮਜੀਠੀਆ ਦਾ ਨਾਂ ਮੀਡੀਆ ਵਿੱਚ ਕਿਸੇ ਦੇ ਕਹਿਣ ਤੇ ਪ੍ਰੋਮਪਟ ਹੋਣ ਤੇ ਦਿੱਤਾ ਸੀ। ਬਾਕੀਆਂ ਦੇ ਮੋਢੇ ਤੇ ਫਾਇਰ ਕਰਨਾ ਬਹੁਤ ਹੀ ਸੌਖਾ, ਜਦ ਤੇਰੇ ਕੋਲ ਟਾਈਮ ਸੀ, ਤੇਰੇ ਕੋਲ 6 ਸਾਲ ਸੀ, ਤੂੰ ਚਲਾਨ ਕਿਉਂ ਨਾ ਪੇਸ਼ ਕੀਤਾ? ਜੇ ਮਜੀਠੀਆ ਜੀ ਤੇ ਕੇਸ ਨਾ ਕਰਨਾ ਆਉਂਦਾ ਤਾਂ ਕਦੇ ਉਹਨਾਂ ਦਾ ਜਿਹੜਾ ਡ੍ਰੀਮਸ ਹੈ ਨਾ ਡਾਇਰੈਕਟਰ ਜਨਰਲ ਆਫ ਪੁਲਿਸ ਬਣਦਾ, ਉਹ ਪੂਰਾ ਨਹੀਂ ਹੋਣਾ ਸੀ। ਤੇ ਚੀਫ ਮਿਨਿਸਟਰ ਸਾਹਿਬ ਨੇ ਛਾਤੀ ਥੰਪ ਕਰਕੇ ਕਿਹਾ ਸੀ ਕਿ 29 ਮੋਬਾਈਲ ਫੋਨ ਰਿਕਵਰ ਹੋਏ ਹੈ। ਵੈਸੇ 29 ਮੋਬਾਈਲ ਫੋਨ ਰਿਕਵਰ ਹੋਣਾ ਕੋਈ ਅਪਰਾਧ ਨਹੀਂ ਹੈ, ਹਾਊਐਵਰ 0 ਮੋਬਾਈਲ ਰਿਕਵਰ ਹੋਏ ਨੇ। ਸਾਡੇ ਤੁਸੀਂ ਆਪਦੇ ਏਜੰਡੇ ਮਗਰ ਪੰਜਾਬ ਦਾ ਸੱਭਿਆਚਾਰ ਭੁੱਲ ਚੁੱਕੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਮਜੀਠੀਆ ਸੁਰਖੀਆਂ ਵਿੱਚ ਨੇ ਔਰ ਅੱਜ ਖਾਸ ਤੌਰ ਤੇ ਵਿਜੀਲੈਂਸ ਬਿਊਰੋ ਜਿਨ੍ਹਾਂ ਦੇ ਰਿਮਾਂਡ ਤੇ 7 ਦਿਨ ਦੇ ਰਿਮਾਂਡ ਤੇ ਹੈ ਨੇ ਬਿਕਰਮ ਸਿੰਘ ਮਜੀਠੀਆ, ਉਹਨਾਂ ਨੂੰ ਅੱਜ ਹਿਮਾਚਲ ਪ੍ਰਦੇਸ਼ ਲੈ ਕੇ ਗਏ ਨੇ। ਹਿਮਾਚਲ ਦੇ ਮਨਸੋਬਰਾ ਦੇ ਵਿੱਚ ਉਹਨਾਂ ਨੂੰ ਲੈ ਕੇ ਗਏ ਨੇ ਅੱਜ। ਔਰ ਖਾਸ ਕਰਕੇ ਜੇ ਗੱਲ ਕਰੀਏ ਤਾਂ ਉਹਨਾਂ ਦਾ ਰਿਮਾਂਡ 2 ਨੂੰ ਪੂਰਾ ਹੋਣਾ, ਪਰ ਉਸ ਤੋਂ ਪਹਿਲੇ ਗੱਲਾਂ ਬਾਤਾਂ ਲਗਾਤਾਰ ਚੱਲ ਰਹੀਆਂ ਨੇ। ਖਾਸ ਕਰਕੇ ਇਸ ਗੱਲ ਨੂੰ ਜਿਹੜੀ ਹਾਈਲਾਈਟ ਹੋ ਰਿਹਾ ਕਿ ਜਿਹੜੇ ਵਿਜੀਲੈਂਸ ਹੁਣ ਬਿਆਨ ਦਰਜ ਕਰ ਰਹੀ ਹੈ ਵੱਖ-ਵੱਖ ਲੋਕਾਂ ਦੇ, ਜਿਵੇਂ ਬੋਨੀ ਅਜਨਾਲਾ ਨੇ ਤੇ ਹੋਰ ਕਈ ਲੋਕਾਂ ਨੇ ਜਿਹੜੇ ਬਿਆਨ ਉੱਥੇ ਬਾਰ-ਬਾਰ ਆ ਰਹੇ ਨੇ, ਦੇ ਰਹੇ ਨੇ। ਪੋਲੀਟੀਸ਼ੀਅਨ ਵੀ ਇਸ ਗੱਲ ਤੇ ਐਕਟਿਵ ਹੋਏ ਨੇ ਔਰ ਸਰਕਾਰ ਵੀ ਇਸ ਤੇ ਬਹੁਤ ਜ਼ਿਆਦਾ ਐਕਟਿਵ ਹੋਈ ਹੈ। ਪਰ ਉਸ ਦੇ ਵਿੱਚ ਬਹੁਤ ਜ਼ਰੂਰੀ ਹੋ ਜਾਂਦਾ ਕਿ ਸਾਰੇ ਮਾਮਲੇ ਨੂੰ ਕਾਨੂੰਨੀ ਪੱਖ ਤੋਂ ਜ਼ਰੂਰ ਸਮਝਿਆ ਜਾਵੇ। ਉਸ ਦੇ ਲਈ ਅੱਜ ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਔਰ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੇ ਪ੍ਰੈਕਟਿਸ ਕਰ ਰਹੇ ਨੇ ਐਡਵੋਕੇਟ ਦਮਨਵੀਰ ਸਿੰਘ ਸੋਪਤੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਮਜੀਠੀਆ ਦੇ ਉਹ ਵਕੀਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਔਰ ਖਾਸ ਕਰਕੇ ਮੇਰਾ ਪਹਿਲਾ ਸਵਾਲ ਤੁਹਾਨੂੰ ਸੋਪਤੀ ਸਾਹਿਬ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਵਾਲ ਹੋਏਗਾ ਕਿ ਜਿਸ ਤਰੀਕੇ ਦੇ ਨਾਲ ਬੜਾ ਡਿਫਰੈਂਟ ਲੋਕਾਂ ਦੇ ਮਨ 'ਚ ਬਾਰ-ਬਾਰ ਇਹੀ ਗੱਲਾਂ ਆ ਰਹੀਆਂ ਨੇ ਕਿ ਇੱਕ ਤਾਂ NDPS ਔਰ ਦੂਸਰੇ ਪਾਸੇ ਗੱਲ ਹੋ ਰਹੀ ਹੈ ਜੀ ਹੁਣ DA ਦੀ, ਔਰ ਵਿੱਚ ਹੀ ਇਨਕਮ ਟੈਕਸ ਦੀ ਵੀ ਵਿੱਚ ਗੱਲ ਹੋ ਰਹੀ ਹੈ। ਵਿੱਚੋਂ ਚਲੋ ਉਹ ਇੱਕ ਡਿਫਰੈਂਟ ਸੀ ਕਿ ਅੰਦਰ ਜਾਣ ਲਈ ਘਰ ਜਾਣ ਤੇ ਰੋਕਿਆ, ਉਹ ਅਲੱਗ ਤਰੀਕੇ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਕਿ ਉਸ 'ਤੇ ਵੀ ਸ਼ਾਇਦ ਪਰਚਾ ਹੋ ਸਕਦਾ ਹੈ। ਪਰ ਇੱਕ ਡਿਫਰੈਂਟ ਜਿਹਾ ਅੱਜ ਸਿਨੈਰੀਓ ਉੱਭਰ ਕੇ ਆਇਆ ਹੈ ਜਿੱਥੇ ਮਸ਼ੋਬਰਾ ਲੈ ਕੇ ਜਾ ਰਹੇ ਅੱਜ ਹਿਮਾਚਲ ਪ੍ਰਦੇਸ਼ ਦੇ ਵਿੱਚ ਵਿਜੀਲੈਂਸ ਉਹਨਾਂ ਨੂੰ ਕਿਤੇ ਨਿਸ਼ਾਨਦੇਹੀ ਕਰਾਉਣ ਵਾਸਤੇ। ਉੱਥੇ ਹੀ ਦੂਸਰੇ ਪਾਸੇ ਜਿਹੜਾ ਹੈ ਸਰਕਾਰ ਬਹੁਤ ਐਕਟਿਵ ਹੋਈ ਹੈ ਔਰ ਬੋਨੀ ਅਜਨਾਲਾ ਤੇ ਹੋਰ ਕਈ ਜਣੇ ਵੋਲੰਟਰੀਲੀ ਹੁਣ ਜਾ ਰਹੇ ਨੇ। ਲੱਗ ਤਾਂ ਐਵੇਂ ਰਿਹਾ ਕਿ ਦੇ ਆਰ ਗੋਇੰਗ ਦੇਅਰ ਐਂਡ ਉਹ ਕਰਵਾ ਰਹੇ ਨੇ। ਕਿਸ ਤਰ੍ਹਾਂ ਸਮਝੀਏ ਸਾਰੇ ਮਾਮਲੇ ਨੂੰ? ਪੋਲਿਟਿਕਸ ਹੈ ਜੀ, ਪੋਲੀਟੀਕਲ ਵੈਂਡੇਟਾ ਹੈ। ਸ਼ੁਰੂ ਹੋਏ ਸੀ PMLA ਤੋਂ, ਆਏ ਥੱਲੇ NDPS 'ਚ, ਹੁਣ ਆ ਗਏ ਡਿਸਪ੍ਰੋਪੋਰਸ਼ਨੇਟ ਤੇ। ਹੁਣ ਤੁਸੀਂ ਦੱਸਤਾ ਜੀ 57 ਵੀ ਲੱਗਣੀ ਸ਼ੁਰੂ ਹੋ ਗਈ। ਇਹ ਮਿਆਰ ਡਿੱਗ ਰਿਹਾ ਜੀ, ਸੋ ਰੋਲਿੰਗ ਸਟੋਨ ਇਹ ਡਿੱਗਦਾ ਹੀ ਜਾਏਗਾ। ਏਜੰਡਾ ਉਹਨਾਂ ਦਾ ਬੜਾ ਕਲੀਅਰ ਹੈ। ਦੇ ਆਰ ਨਾਟ ਇੰਟਰਸਟਿਡ ਇਨ ਦ ਡਿਊ ਪ੍ਰੋਸੈਸ ਆਫ ਲਾਅ, ਦੇ ਆਰ ਇੰਟਰਸਟਿਡ ਇਨ maligning Mr. Majeethia ਬਿਕੋਜ਼ ਦੇ ਸੀ ਅ ਥ੍ਰੈਟ ਇਨ ਹਿਮ। ਤੇ ਮੀਡੀਆ ਟਰਾਇਲ ਹੋ ਰਿਹਾ ਹੈ, ਇਸ ਕਰਕੇ ਹੁਣ ਉਹਨਾਂ ਦੀ ਲੀਗਲ ਟੀਮ ਨੂੰ ਮਜਬੂਰਨ ਮੀਡੀਆ 'ਚ ਆ ਕੇ ਆਪਦੇ ਪੱਖ ਰੱਖਣੇ ਪੈ ਰਹੇ ਆ ਬਿਕੋਜ਼ ਕੋਰਟ ਆਫ ਲਾਅ 'ਚ ਤਾਂ ਜਿਹੜੇ ਆਰਡਰਸ ਨੇ ਮੇਰੇ ਕੋਲ ਆ ਗਏ ਜੀ। ਆਈ ਹੈਵ ਐਨ ਆਰਡਰ ਆਫ ਦ ਆਨਰੇਬਲ ਹਾਈ ਕੋਰਟ ਜਿਹੜੇ ਜਿਸ 'ਚ ਡਾਇਰੈਕਸ਼ਨਸ ਨੇ ਔਰ ਫਾਈਂਡਿੰਗਸ ਨੇ that Bikram Majeethia is not involved in drug trade। ਹੁਣ ਆਪਾਂ ਇਹਨਾਂ ਦੀ ਐਲੀਗੇਸ਼ਨਸ ਜਿਹੜੇ ਪੋਲੀਟੀਕਲ ਰਾਈਵਲ ਨੇ ਉਹਨਾਂ ਦੀ ਐਲੀਗੇਸ਼ਨਸ ਦੇਖੀਏ ਕਿ ਫਾਈਂਡਿੰਗਸ ਆਫ ਦਾ ਹਾਈ ਕੋਰਟ ਦੇਖੀਏ। financing drug trade, Bikram Majeethia is not involved. That is also finding in the High Court order. He is not guilty of harboring any person involved in drug trade। ਇਹ ਵੀ finding ਹੈ ਜੀ। ਰੋਕ ਰਹੀਆਂ ਤੁਸੀਂ ਗੱਲ ਬੜੀ ਇੰਪੋਰਟੈਂਟ ਹੈ।
ਪਰ ਜਦੋਂ ਐਨਡੀਪੀਐਸ ਵਾਲੇ ਪਰਚੇ ਦੀ ਗੱਲ ਆਉਂਦੀ ਹੈ, ਜਿਹੜੀ ਖਾਸ ਤੌਰ ਜਿਹੜੀ ਐਨਡੀਪੀਐਸ ਦੇ ਪਰਚੇ ਦੀ ਗੱਲ ਆਉਂਦੀ ਖਾਸ ਤੌਰ ਤੇ ਜਿਹਦੇ ਬਾਰੇ ਵਿੱਚ ਚਟੋਪਾਧਿਆ ਜੀ ਗੱਲ ਕਰਦੇ ਨੇ ਔਰ ਉਹਨਾਂ ਨੇ ਹੀ ਕੀਤਾ ਸੀ ਉਹ ਪਰਚਾ, ਉਹਦੇ ਚੋਂ 25, 27, 29 ਐਕਟ ਦੀ ਗੱਲ ਕਰਦੇ ਨੇ, ਪਰ ਉੱਤੇ 27A ਵੀ ਲੱਗਿਆ ਹੋਇਆ ਹੈ। ਉਹ ਜਿਹੜਾ ਹੈ ਫਾਈਨੈਂਸ ਔਰ ਐਸੈਟਸ ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਲੈਣਾ ਦੇਣਾ ਹੈਗਾ। ਇਹ ਸਾਰਿਆਂ ਦੇ ਸਾਰਿਆਂ ਦੀ ਜਿਹੜੀ ਪ੍ਰਪੋਰਸ਼ਨ ਹੈਗੀ ਹੈ, ਉਹ ਹਾਈ ਕੋਰਟ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਉਹ ਕਿੱਥੇ ਸਟੈਂਡ ਕਰਦੀ ਹੈ? It's a very intelligent and a beautiful question you've raised. 27 capital A is financing. That is dealt with by the Honorable High Court because Section 37 ਦਾ ਮੈਡਮ ਬਾਹਰ ਹੈ ਕਿ ਜਦ ਤੱਕ ਕੋਰਟ ਜੋ ਬੇਲ ਦੇ ਰਿਹਾ ਹੈ ਇਹ ਫਾਈਂਡਿੰਗਸ ਰਿਕਾਰਡ ਨਹੀਂ ਕਰਦੇ ਕਿ ਇਹ ਆਫੈਂਸ ਇਸ ਬੰਦੇ ਨੇ ਕਮਿਟ ਨਹੀਂ ਕੀਤਾ ਤਦ ਤੱਕ ਬੇਲ ਮਿਲ ਨਹੀਂ ਸਕਦੀ। ਇਹ ਇੱਕ ਬਾਰ ਹੈ। ਸੋ ਉਹ ਇੰਨਾ ਵਾਹੀਆਤ ਕੇਸ ਸੀ that the Honorable High Court took upon itself to cross the embargo of Section 37 और ये सारी findings आई हैं। Very hurt by this order, this political opponent government challenged this in the Supreme Court. ਹੁਣ I am putting a direct question to them and the SIT ਕਿ ਜਦ ਤੁਸੀਂ ਸੁਪਰੀਮ ਕੋਰਟ ਗਏ ਸੀ ਤੁਸੀਂ 3 ਐਡੀਸ਼ਨਲ ਐਫੀਡੇਵਿਟ ਉੱਥੇ ਫਾਈਲ ਕੀਤੇ ਕਿ ਨਹੀਂ ਕੀਤੇ? ਉਹ 3 ਐਡੀਸ਼ਨਲ ਐਫੀਡੇਵਿਟ ਵਿੱਚ ਕੋਈ ਇਹ ਜਿਹੜੀ ਨਵੀਂ FIR ਹੈ ਉਹਦੇ ਵਿੱਚ ਕੋਈ ਇਹੋ ਜਿਹਾ ਮਟੀਰੀਅਲ ਹੈ ਜਿਹੜਾ ਉਹ 3 ਐਡੀਸ਼ਨਲ ਐਫੀਡੇਵਿਟਸ ਵਿੱਚ ਨਹੀਂ ਸੀ। ਉਹ 3 ਐਡੀਸ਼ਨਲ ਐਫੀਡੇਵਿਟ 'ਚ ਤੁਹਾਡੀ ਪ੍ਰੇਅਰ ਕੀ ਸੀ ਕਿ ਦੇਖੋ ਜੀ ਸਾਡੇ ਕੋਲ ਹੁਣ ਨਵਾਂ ਫਾਈਨੈਂਸ ਅਨਅਰਥ ਹੋ ਗਿਆ ਹੈ ਤੇ ਸਾਨੂੰ ਇਹਦੀ ਕਸਟੋਡੀਅਲ ਇੰਟਰੋਗੇਸ਼ਨ ਚਾਹੀਦੀ ਹੈ। Did the Supreme Court grant you custodial interrogation? No. The Supreme Court, to balance equities and to have a balanced approach, granted the investigating agency Bikram Majithia's ਕਿ ਉੱਥੇ ਜਾਣ ਇੱਕ ਦਿਨ ਇਹ ਨਵੇਂ ਕੁਐਸਚਨਸ ਨੂੰ ਆਨਸਰ ਕਰਨ। ਜੇ ਆਨਸਰਸ ਨਹੀਂ ਖਤਮ ਹੁੰਦੇ, ਸੁਪਰੀਮ ਕੋਰਟ ਦਾ ਸੀ ਕਿ 2 ਘੰਟੇ 'ਚ ਖਤਮ ਹੋਣਾ ਚਾਹੀਦਾ, ਅਗਲੇ ਦਿਨ ਫਿਰ ਜਾਣ। In bin ਪਾਲਣਾ ਬਿਕਰਮ ਸਿੰਘ ਮਜੀਠੀਆ ਨੇ ਕੀਤੀ, you know he went. Then they went to the Supreme Court again that he has not cooperated. The Honorable Supreme Court said nothing doing, enough is enough. They dismissed the petition. तो ਹੁਣ क्या ये direct violation of the orders of the Honorable Supreme Court है या नहीं है? That question they will have to answer. ਜੀ ਜਿਹੜਾ ਡੀਏ ਦੀ ਗੱਲ ਹੋਈ ਹੈ ਹੁਣ ਉਸ ਦੇ ਲਈ ਕੋਈ ਪ੍ਰੋਪਰ ਪਹਿਲੇ ਤੋਂ ਕੋਈ ਪ੍ਰੋਸੀਜਰ ਹੁੰਦਾ ਜੀ ਜਿਹੜਾ ਕਿ ਪ੍ਰੋਸੀਜਰ ਸਾਰਾ ਲੈ ਕੇ ਫੇਰ ਕਰ ਸਕਦੇ ਪਰਚਾ ਕਿ ਪਹਿਲੇ ਇਸ ਤਰੀਕੇ ਦੇ ਨਾਲ ਕਿਉਂਕਿ ਉਹਦੇ 'ਚ ਲੰਬੇ ਚੌੜੇ ਜਿਹੜਾ ਉਹਨਾਂ ਨੇ ਕੰਪਨੀਜ਼ ਦੀ ਗੱਲ ਕੀਤੀ ਹੋਈ ਹੈ, ਸਰਾਇਆ ਕੰਪਨੀ ਦੀ ਗੱਲ ਹੈ, ਉਹਦੇ ਬਾਅਦ ਸਾਈਪਰਸ ਦੀ ਗੱਲ ਕਰ ਲੈਂਦੇ ਆ, ਬਹੁਤ ਸਾਰੀਆਂ ਇਸ ਤਰੀਕੇ ਦੀਆਂ ਜਿਹੜੇ ਇੱਕ ਮਤਲਬ ਵੀਵ ਕੀਤਾ ਹੋਇਆ ਸਾਰਾ ਦਾ ਸਾਰਾ। ਇਹ ਸਾਰੀਆਂ ਗੱਲਾਂ ਤਾਂ ਆਲਰੇਡੀ ਥ੍ਰੈਸ਼ਹੋਲਡ ਹੋ ਚੁੱਕੀਆਂ ਆਨਰੇਬਲ ਸੁਪਰੀਮ ਕੋਰਟ 'ਚ, ਹਾਈ ਕੋਰਟ ਸਾਰੀ ਥ੍ਰੈਸ਼ ਹੋ ਚੁੱਕੀ ਹੈ। ਬਟ ਜਿਹੜਾ ਤੁਹਾਡਾ ਸਵਾਲ ਹੈ ਜੀ ਅਗੇਨ, ਨੈਵਰ ਐਵਰ ਡਿਸਪ੍ਰੋਪੋਰਸ਼ਨੇਟ ਐਸੈਟਸ ਕੇਸ ਹੈਪਨਸ ਵਿਦਾਊਟ ਇਨਕੁਆਇਰੀ। ਤੁਸੀਂ ਕੋਈ ਕੰਪਲੇਂਟ ਆਈ, ਤੁਸੀਂ ਸੋਰਸ ਰਿਪੋਰਟ ਬਣਾ ਲਈ, ਕੰਪਲੇਂਟ ਆ ਗਈ ਜਾਂ ਕਿਸੇ ਨੇ ਤੁਹਾਨੂੰ ਦੱਸਤੀ, ਇਨ ਦਿਸ ਕੇਸ SIT ਨੇ ਦੱਸਤਾ, ਤੁਸੀਂ ਉਹਦੀ ਇਨਕੁਆਇਰੀ ਕਰੋਗੇ ਕਿ ਨਹੀਂ ਕਰੋਗੇ? ਤੁਸੀਂ ਬੰਦੇ ਨੂੰ ਸ਼ਾਮਿਲ ਤਫਤੀਸ਼ ਕਰੋਗੇ ਕਿ ਨਹੀਂ ਕਰੋਗੇ? ਇਹਨਾਂ ਨੇ 5:04 ਤੇ ਸਵੇਰੇ FIR ਰਜਿਸਟਰ ਕੀਤੀ and humanly impossible to reach Amritsar in those boleros. They reached, so obviously they were dispatched earlier ਕਿ ਬੰਦਾ ਫੜ ਕੇ ਲਿਆਣਾ ਹੈ, ਤੁਹਾਨੂੰ ਰੀਜ਼ਨ ਅਸੀਂ ਦੇ ਦਿੰਦੇ ਹਾਂ। ਔਰ ਹਿਸਟਰੀ 'ਚ ਪਹਿਲੀ ਵਾਰ ਹੋਏਗਾ ਕਿ ਜਿਹੜੀ ਮੈਜਰਮੈਂਟ ਹੋਈ ਹੈ ਡਿਸਪ੍ਰੋਪੋਰਸ਼ਨੇਟ ਐਸੈਟਸ ਦੀ ਇਹਨਾਂ ਦੇ ਕਰੇ, ਜਿਹੜਾ ਉਹ ਰਿਕਵਰੀ ਹੈ ਉਹ FIR ਰਜਿਸਟਰ ਹੋਣ ਦੇ ਬਾਅਦ ਹੋਈ ਹੈ। ਸੋ ਇਹਨਾਂ ਸਾਰੀਆਂ ਗੱਲਾਂ ਦਾ ਨਾ ਜਵਾਬ ਦੇਣਾ ਪੈਣਾ ਹੈ। ਇਟ ਡਜ਼ਨਟ ਹੈਪਨ। ਪਰ ਆਲਸੋ ਇੱਕ ਰੀਸੈਂਟ ਹਿਸਟਰੀ 'ਚ tragedy है that the vigilance department has been grossly misused by the dispensation to settle personal scores against its political opponents. It's a very unfair and very unfortunate situation. ਫਿਰ ਮੇਰਾ ਕੁਐਸਚਨ ਫਿਰ ਉੱਥੇ ਹੀ ਹੈ ਜਿਹੜਾ ਮੈਂ ਪਹਿਲੇ ਕਰਨ ਦੀ ਚਾਹ ਰਹੀ ਸੀ ਕਿਉਂਕਿ ਮੈਂ ਚਾਹਨੀ ਥੋੜਾ ਜਿਹਾ ਨਾ ਕਾਨੂੰਨੀ ਭਾਸ਼ਾ ਦੇ ਵਿੱਚ ਹੋ ਜਾਏ ਵੀ ਆ ਲੇ ਮੈਨ ਯੂ ਨੋ ਦੈਟ ਕਾਈਂਡ ਆਫ ਸਟਫ ਜਿਹੜਾ ਜਿੱਦਾਂ ਵੀ ਕੋਈ ਫਾਈਨੈਂਸ਼ੀਅਲ ਜਿਸ ਤਰੀਕੇ ਦਾ ਡੀਏ ਇਸ ਤਰ੍ਹਾਂ ਦਾ ਕੋਈ ਵੀ ਪਰਚਾ ਦੇਣਾ ਹੁੰਦਾ ਏਜੰਸੀ ਹੈਗੀ ਹੈ ਉਹਦੀ ਕ੍ਰਾਸ ਚੈੱਕ ਐਸਾ ਕੋਈ ਪ੍ਰੋਸੀਜਰ ਹੈ? ਇਹ ਤਾਂ ਹੁੰਦਾ ਹੀ ਹੈ ਜੀ। ਆਈ ਹੈਵ ਓਨਲੀ ਜਸਟ ਅਗੇਨ ਸੈਡ ਐਂਡ ਆਈ ਵਿਲ ਰਿਪੀਟ ਐਂਡ ਆਈ ਵਿਲ ਮੇਕ ਇਟ ਇਨ ਡਿਟੇਲ ਨਾਓ ਕਿ ਇਨਕੁਆਇਰੀ ਮੈਂਡੇਟਰੀ ਹੈ ਜੀ। ਜਦ ਤੱਕ ਤੁਸੀਂ ਇਨਕੁਆਇਰੀ ਹੋਲਡ ਨਹੀਂ ਕਰੋਗੇ, ਰਾਈਟ ਆਫ ਬੀਇੰਗ ਹਰਡ ਨਹੀਂ ਦੋਗੇ, ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਇਹ ਆਮਦਨ ਤੋਂ ਵੱਧ ਖਰਚਾ ਹੋਇਆ? ਤੁਸੀਂ ਆਪਣੇ ਆਪ ਹੀ ਕਰ ਲਿਆ ਨਾ ਸਾਰਾ ਕੁਝ ਘਰੇ ਬਣਾ ਕੇ। ਤੁਸੀਂ ਕੋਈ ਕੁਐਸਚਨਰ ਵਿਜੀਲੈਂਸ ਨੇ ਬਿਕਰਮ ਸਿੰਘ ਮਜੀਠੀਆ ਨੂੰ ਨਹੀਂ ਦਿੱਤਾ, ਕਦੇ ਵੀ ਵਿਜੀਲੈਂਸ ਨੇ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਨੋਟਿਸ ਨਹੀਂ ਦਿੱਤਾ, ਕਦੇ ਵੀ ਕਿਸੇ ਇਨਕੁਆਇਰੀ 'ਚ ਸ਼ਾਮਿਲ ਨਹੀਂ ਕੀਤਾ, ਕਦੇ ਵੀ ਕਿਸੇ ਪ੍ਰਾਪਰਟੀ ਜਾ ਕੇ ਇਹ ਨਹੀਂ ਦੇਖਿਆ ਕਿ ਉੱਥੇ ਕੀ ਲੱਗਿਆ ਕੀ ਨਹੀਂ ਲੱਗਿਆ, ਕਿੰਨਾ ਖਰਚਾ ਹੋਇਆ,
ਕੋਈ ਉੱਥੇ ਇਵੈਲੂਏਟਰ ਨਹੀਂ ਗਿਆ। ਇਹ ਸਾਰੇ ਮੈਂਡੇਟਸ ਨੇ, ਇਹ ਚੈੱਕਲਿਸਟ ਨੇ, ਇਹ ਵਿਜੀਲੈਂਸ ਮੈਨੂਅਲ ਹੈ, ਇਹ ਗ੍ਰੋਸ ਵਾਇਲੇਸ਼ਨ ਹੈ। ਪਰ ਜਿੱਥੇ ਬਾਰ-ਬਾਰ ਗੱਲ ਲਈ ਆ ਰਹੀ ਹੈ, ਜਗਦੀਸ਼ ਭੋਲਾ ਵਾਲਾ ਬਾਰ-ਬਾਰ ਇੱਕ ਐਪੀਸੋਡ ਵਿੱਚ ਆ ਰਿਹਾ ਔਰ ਕਹਿੰਦੇ ਕਿ ਉਹਨੇ ਕਹਿ ਦਿੱਤਾ ਸੀਗਾ, ਔਰ ਖਾਸ ਤੌਰ ਤੇ ਜੇ ਅਸੀਂ ਚੱਟੋਪਾਧਿਆ ਦੇ ਨਿਰੰਜਨ ਸਿੰਘ ਹੋਣਾ ਦੀ ਗੱਲ ਤੇ ਜਾਈਏ ਤੇ ਉਹ ਕਹਿੰਦੇ ਜੀ ਅਸੀਂ 17 ਬੰਦਿਆਂ ਨੂੰ ਸਜ਼ਾ ਕਰਵਾਈ ਹੈ ਇਹਦੇ ਵਿੱਚ, ਔਰ ਜਗਦੀਸ਼ ਭੋਲਾ ਜਿਹੜਾ ਇਸ ਪਾਰਟਿਕੂਲਰ ਦੇ ਵਿੱਚ ਉਹ 10 ਸਾਲ ਦੀ ਸਜ਼ਾ ਵੀ ਕੱਟ ਕੇ ਆਇਆ ਹੈ ਔਰ ਦੂਸਰੇ ਕੇਸ ਦੇ ਵਿੱਚ ਉਹ ਜਦ ਕਿ ਜ਼ਮਾਨਤ ਤੇ ਹੈ ਔਰ ਹੁਣ ਦੇਖਿਆ ਜਾਏ ਤੇ ਉਹ ਬਾਹਰ ਹੈਗਾ ਤੇ ਉਹ ਬਾਰ-ਬਾਰ ਇਹ ਗੱਲ ਆ ਰਹੀ ਹੈ ਔਰ ਕਾਫੀ ਲੋਕ ਜਿਹੜੇ ਨੇ ਐਸੇ ਕਰਕੇ ਬਾਰ-ਬਾਰ ਜਿਹੜਾ ਨਾਮ ਜਿਹੜਾ ਸੀ ਬਿਕਰਮ ਸਿੰਘ ਮਜੀਠੀਆ ਦਾ ਹਰ ਵਾਰ ਕਿਹਾ ਜਾਂਦਾ ਸੀ ਭੋਲਾ ਡਰੱਗ ਕੇਸ ਐਂਡ ਬਿਕਰਮ ਮਜੀਠੀਆ, ਔਰ ਫਿਰ ਖਾਸ ਤੌਰ ਤੇ ਗੱਲ ਕੀਤੀ ਹੈ ਜਿਹੜੇ ਪੋਲੀਟੀਸ਼ੀਅਨ ਨੇ ਉਹ ਵੀ, ਚਾਹੇ ਤੁਸੀਂ ਪੰਜਾਬ ਦੀ ਅਸੈਂਬਲੀ 'ਚ ਦੇਖ ਲਓ ਜਾਂ ਕਿਤੇ ਵੀ, ਉਹ ਇਸੇ ਤਰੀਕੇ ਦੇ ਨਾਲ ਉਹਨਾਂ ਦੀ ਬਿਆਨਬਾਜ਼ੀਆਂ ਲਗਾਤਾਰ ਆਉਂਦੀਆਂ ਰਹੀਆਂ। ਜਗਦੀਸ਼ ਭੋਲਾ ਦਾ ਜੋ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਮੈਂ ਨਹੀਂ ਫੋਲੋ ਕੀਤਾ ਜੀ, ਪਰ ਇਸ ਕੇਸ ਵਿੱਚ ਜਗਦੀਸ਼ ਭੋਲਾ ਜਿਹੜਾ NDPS ਦਾ ਕੇਸ ਸੀ ਉਹਦੇ ਵਿੱਚ ਜਗਦੀਸ਼ ਭੋਲੇ ਦੀ 161 ਦੀ ਸਟੇਟਮੈਂਟ ਰਿਕਾਰਡ ਹੋਈ ਹੈ ਔਰ ਉਹਨਾਂ ਨੇ ਹਾਈ ਕੋਰਟ ਤੇ ਸੁਪਰੀਮ ਕੋਰਟ ਵਿੱਚ ਲਾਈ ਹੈ ਉਸ ਸਟੇਟਮੈਂਟ ਵਿੱਚ ਦ ਓਨਲੀ ਸਟੇਟਮੈਂਟ ਦੈਟ ਆਈ ਹੈਵ ਐਕਸੈਸ ਟੂ ਆਫ ਜਗਦੀਸ਼ ਭੋਲਾ, ਉਹਨੇ ਕਿਹਾ ਜੀ ਕਿ ਮੈਂ ਬਿਕਰਮ ਸਿੰਘ ਮਜੀਠੀਆ ਦਾ ਨਾਂ ਮੀਡੀਆ ਵਿੱਚ ਕਿਸੇ ਦੇ ਕਹਿਣ ਤੇ ਪ੍ਰੋਮਪਟ ਹੋਣ ਤੇ ਦਿੱਤਾ ਸੀ ਤੇ ਮੈਂ ਨਾ ਕਦੇ ਬਿਕਰਮ ਸਿੰਘ ਮਜੀਠੀ ਨੂੰ ਮਿਲਿਆ, ਨਾ ਮੈਂ ਉਹਨੂੰ ਜਾਣਦਾ, ਨਾ ਮੇਰੀ ਉਹਦੇ ਨਾਲ ਕਿਸੇ ਤਰੀਕੇ ਦੀ ਸਾਂਝ ਹੈ। ਇਹ ਇਹਦੀ ਸਟੇਟਮੈਂਟ ਹੈ ਔਰ ਇਹ ਸਟੇਟਮੈਂਟ ਹਾਈ ਕੋਰਟ ਦੇ ਆਰਡਰ ਵਿੱਚ ਫਾਈਂਡਿੰਗ ਹੈ। ਸੋ ਜਗਦੀਸ਼ ਭੋਲੇ ਦਾ ਕੰਮ ਖਤਮ ਹੋ ਗਿਆ ਜੀ। ਹੁਣ ਲੈਟਸ ਟਾਕ ਅਬਾਊਟ ਸ਼੍ਰੀ ਨਿਰੰਜਨ ਸਿੰਘ। ਨਿਰੰਜਨ ਸਿੰਘ tells himself to be a very brave officer, a brave officer and supposedly an upright officer. ਉਹਨੂੰ ਤਾਂ ਨਾਲ ਐਡਵਾਂਟੇਜ ਇਹ ਸੀ ਕਿ ਹਾਈ ਕੋਰਟ ਨੇ ਪ੍ਰੋਟੈਕਟ ਕਰਤਾ ਸੀ, ਉਹਦੀ ਟ੍ਰਾਂਸਫਰ ਰੋਕਤੀ ਸੀ, ਉਹ ਇੱਥੋਂ ਹੀ ਰਿਟਾਇਰ ਹੋਇਆ ਜਲੰਧਰ ਤੋਂ, ਇੱਥੋਂ ਹੀ ਪ੍ਰਮੋਟ ਹੋਇਆ, ਇਸੇ ਕੇਸ ਦਾ ਆਈਓ ਰਿਹਾ, ਫਿਰ ਪ੍ਰਮੋਟ ਹੋ ਕੇ ਡਿਪਟੀ ਡਾਇਰੈਕਟਰ ਬਣਿਆ, ਡਿਪਟੀ ਡਾਇਰੈਕਟਰ ਬਣਨ ਤੋਂ ਬਾਅਦ ਇਸੇ ਕੇਸ ਦਾ ਸੁਪਰਵਾਈਜ਼ਿੰਗ ਅਫਸਰ ਰਿਹਾ। ਜਦ ਤੇਰੇ ਕੋਲ ਪਾਵਰ ਸੀ ਤਾਂ ਤੂੰ ਚਲਾਨ ਕਿਉਂ ਨਾ ਪੇਸ਼ ਕੀਤਾ? You see, it's very easy to fire from somebody else's shoulder. Like Harpreet Sidhu, ਉਹ ਤਾਂ STF head ਸੀ drugs ਦਾ. What stopped him? It was his mandate to register all kinds of FIRs. Why did he not do it? Because nobody wants to take onus, because consequences will follow for the person who's done the wrong thing. ਬਾਕੀਆਂ ਦੇ ਮੋਢੇ ਤੇ ਫਾਇਰ ਕਰਨਾ ਬਹੁਤ ਹੀ ਸੌਖਾ। ਜਦ ਤੇਰੇ ਕੋਲ ਟਾਈਮ ਸੀ, ਤੇਰੇ ਕੋਲ 6 ਸਾਲ ਸੀ, ਤੂੰ ਚਲਾਨ ਕਿਉਂ ਨਾ ਪੇਸ਼ ਕੀਤਾ? ਇੱਕ ਗੱਲ ਆ ਰਹੀ ਹੈ ਬਾਰ-ਬਾਰ ਕਹੀ ਜਾ ਰਹੀ ਕਿ ਅੰਮ੍ਰਿਤਸਰ ਜਿਹੜੇ ਸੀਗੇ ਉਹ ਜਾਇਦਾਦ ਦੇ, ਉਹਨਾਂ ਦੀ ਕਿਸੇ ਪ੍ਰਾਪਰਟੀ ਦੇ ਉਹ ਸਬੂਤ ਕਾਗਜ਼ ਜਿਹੜੇ ਉਹ ਮਿਟਾ ਦਿੱਤੇ ਗਏ। ਇੱਕ ਗੱਲ, ਦੂਸਰੀ ਗੱਲ ਜਿਹੜੀ ਆ ਰਹੀ ਹੈ, ਜਿਹੜੇ ਚੱਟੋਪਾਧਿਆ ਨੇ ਉਹਨਾਂ ਨਾਲ ਜੋ ਗੱਲ ਹੋਈ, ਗੱਲ ਕੀਤੀ ਜਦੋਂ ਮੀਡੀਆ ਨੇ, ਤੇ ਉਹ ਕਹਿੰਦੇ ਜੀ ਸਾਨੂੰ SIT ਜਿਹੜੀ ਹੈ ਹਾਈ ਕੋਰਟ ਨੇ ਕਨਸਟੀਟਿਊਟ ਕੀਤੀ ਸੀਗੀ, 3 ਫਾਈਲਸ ਅਸੀਂ ਦਿੱਤੀਆਂ ਸੀ ਜਿਹੜੀਆਂ ਕਦੇ ਖੁੱਲੀਆਂ ਨਹੀਂ, ਬਾਅਦ ਵਿੱਚ ਖੁੱਲੀਆਂ, ਸਾਰਾ ਉਹ ਐਪੀਸੋਡ ਹੋਇਆ। ਪਰ ਉਹਦੇ ਬਾਅਦ ਉਹ ਕਹਿੰਦੇ ਕਿ ਨਾਲ ਦੀ ਨਾਲ ਅਸੀਂ ਜਿਹੜੀ ਟੀਮ ਸੀਗੀ, ਸਾਡੀ ਟੀਮ ਨੂੰ ਹੀ, ਮੈਨੂੰ ਹੀ ਬਾਹਰ ਕਰ ਦਿੱਤਾ ਗਿਆ। ਡੈਫੀਨੇਟਲੀ ਜਿਹੜੀ ਸਾਡੀ ਟੀਮ ਸੀ ਕਨਸਟੀਟਿਊਟ ਕੀਤੀ ਹੋਈ, ਉਹਨਾਂ ਕੋਲ ਪ੍ਰੋਪਰ ਅਸੀਂ ਕੰਮ ਕੀਤਾ ਸੀਗਾ, ਸਾਡੇ ਕੋਲ ਸਾਰੇ ਪੱਕੇ ਸਬੂਤ ਸੀਗੇ, ਅਸੀਂ 1 ਕਰਕੇ ਉਹਨੂੰ 1 by 1 ਉਹਨੂੰ ਇੱਕ ਪਲੇਸਿੰਗ ਦਿੱਤੀ ਸੀਗੀ। ਨਵੇਂ ਲੋਕ ਆਏ ਤੇ ਉਹ ਫਿਰ ਉਸ ਤਰੀਕੇ ਦੇ ਨਾਲ ਨਹੀਂ ਹੋ ਸਕਿਆ ਕਿਉਂਕਿ ਤਤਪਰਤ ਦੀ ਗੱਲ ਹੈ। ਔਰ ਕਦੇ ਚਲਾਨ ਜਿਹੜਾ ਉਹ ਅਸੀਂ ਨਹੀਂ ਪੇਸ਼ ਕਰਨਾ ਸੀਗਾ, ਉਹ ਤਾਂ ਦੂਸਰੇ ਪਾਸੇ ਤੋਂ ਪੁਲਿਸ ਨੇ ਜਾਂ ਮਤਲਬ ਡੀਲਿੰਗ ਅਥਾਰਟੀ ਨੇ ਜਾਂ ਜਿਹੜੀ ਏਜੰਸੀ ਸੀ ਉਹਨੇ ਕਰਨਾ ਸੀ। ਦੇਖੋ, ਅੰਮ੍ਰਿਤਸਰ ਦੇ ਤੁਸੀਂ ਕਾਗਜ਼ਾਂ ਦੀ ਗੱਲ ਕੀਤੀ, ਪ੍ਰਾਪਰਟੀ ਇਹਨਾਂ ਨੇ ਵੇਚ ਦਿੱਤੀ। ਕੋਈ ਵੇਚਣ ਵਾਲਾ ਬੰਦਾ ਕਾਗਜ਼ ਆਪਣੇ ਕੋਲ ਰੱਖਦਾ ਜੀ? ਇਟ ਇਜ਼ ਦ ਰਾਈਟ ਆਫ ਦ ਪਰਸਨ ਹੂ ਪਰਚੇਜ਼ਸ ਇਟ। ਤੇ ਹੁਣ ਇਹ ਐਲੀਗੇਸ਼ਨ ਜੀ ਤੁਹਾਡੀ ਸਰਕਾਰ, ਤੁਹਾਡਾ ਰੈਵਨਿਊ ਡਿਪਾਰਟਮੈਂਟ, ਤੁਸੀਂ ਉਹ ਤੋਂ ਗਾਇਬ ਕਰਤੀ ਬਿਕੋਜ਼ ਹੋਣਾ ਉਸ 'ਚ ਕੁਝ ਵੀ ਨਹੀਂ, ਆਪ ਗਾਇਬ ਕਰਕੇ ਕਹਿਤਾ ਜੀ ਅਸੀਂ ਅਣਪਛਾਤੇ ਤੇ ਪਰਚਾ ਦੇਤਾ। ਇਹ ਬਿਕਰਮ ਸਿੰਘ ਮਜੀਠੀਆ ਨੇ ਹਟਾਈ। ਲੁੱਕ ਐਟ ਦ ਡੈਸਪੀਰੇਸ਼ਨ, ਕਿੱਥੋਂ ਡਿੱਗੇ? PMLA, ਫਿਰ NDPS, ਹੁਣ DA, ਹੁਣ ਮਤਲਬ ਇੱਕ ਰਜਿਸਟਰੀ ਸਰਟੀਫਿਕੇਟ ਕਾਪੀ ਗਾਇਬ। ਤੇ ਕੱਲ ਮੈਂ ਸੁਣਿਆ ਉਹਨਾਂ ਦੇ ਸਪੋਰਟਰਾਂ ਤੇ 157 ਵੀ ਲਾ ਦਿੱਤੀ, ਇੱਥੇ ਜਾ ਕੇ ਡਿੱਗੇ ਨੇ। ਸੋ ਇਟਸ ਲਾਈਕ ਅ ਰੋਲਿੰਗ ਸਟੋਨ ਜੀ, ਇਟ ਵਿਲ ਕੀਪ ਫਾਲਿੰਗ। ਨਾਓ ਕਮਿੰਗ ਟੂ ਵਾਟ ਮਿਸਟਰ ਚੱਟੋਪਾਧਿਆ ਹੈਡ ਟੂ ਸੇ। ਚੱਟੋਪਾਧਿਆ ਜੀ ਸਿਰਫ ਤੇ ਸਿਰਫ ਹੀ ਸ਼ੁਡ ਐਕਚੁਅਲੀ ਥੈਂਕ ਮਿਸਟਰ ਮਜੀਠੀਆ। ਜੇ ਮਜੀਠੀਆ ਜੀ ਤੇ ਕੇਸ ਨਾ ਕਰਨਾ ਆਉਂਦਾ ਤਾਂ ਕਦੇ ਉਹਨਾਂ ਦਾ ਜਿਹੜਾ ਡ੍ਰੀਮਸ ਹੈ ਨਾ ਡਾਇਰੈਕਟਰ ਜਨਰਲ ਆਫ ਪੁਲਿਸ ਬਣਨ ਦਾ, ਉਹ ਪੂਰਾ ਨਹੀਂ ਹੋਣਾ ਸੀ। ਹਲੇ ਵੀ ਨਹੀਂ ਹੋਇਆ। ਅੱਧੇ ਪਚੱਦੇ ਸੀਗੇ। ਐਕਟਿੰਗ DGP ਲਾਇਆ ਸੀ ਉਹਨਾਂ ਨੂੰ ਬਿਕੋਜ਼ ਹੀ ਵਾਜ਼ ਨਾਟ ਫਾਊਂਡ ਟੂ ਬੀ ਫਿਟ ਬਾਈ ਦ UPSC board. He challenged the UPSC board decision in the Supreme Court and his petition was dismissed. He was found to be unfit to lead the forces. So that man said, as a quid pro quo, please make me the acting DGP for these 2 weeks. I will do what you want me to do.
ਉਹਨੇ ਐਫਆਈਆਰ ਰਜਿਸਟਰ ਕਰ ਦਿੱਤੀ, ਚਲਾਨ ਤੇ ਕਿੱਥੋਂ ਪੇਸ਼ ਕਰਨਾ ਸੀ, 4 ਸਾਲ ਹੋ ਗਏ ਜੀ। ਉਸ ਐਫਆਈਆਰ ਤੇ ਰਜਿਸਟਰਡ ਜਿਹੜਾ ਬੇਲ ਆਰਡਰ ਹੈ ਉਹ ਤੁਸੀਂ ਦੇਖਿਆ ਹੋਣਾ ਜੀ। ਸੈਕਸ਼ਨ 37 ਦਾ ਐਮਬਾਰਗੋ ਕ੍ਰਾਸ ਕਰਦੇ ਹੋਏ ਹਾਈ ਕੋਰਟ ਨੇ ਕਿਹਾ ਬਿਕਰਮ ਸਿੰਘ ਮਜੀਠੀਆ is not involved in any drug related activity and the evidence against him is frail and incredible. So that is the situation of the NDPS case. ਹੁਣ ਫਿਰ ਸਾਰੇ ਯੁੱਧ ਨਸ਼ੇ ਵਿਰੁੱਧ ਨੂੰ, this youth is against Bikram Majitia and Bikram Majitia will come out as a winner like he did last time. But the question is, where is the drug in the drug case and where is the disproportionate assets in the disproportionate assets case? ਜਿਹੜੀ ਤੁਸੀਂ ਮੇਰੇ ਘਰ ਆ ਕੇ ਛਾਪਾ ਮਾਰਿਆ ਹੈ ਤੇ ਚੀਫ ਮਿਨਿਸਟਰ ਸਾਹਿਬ ਨੇ ਛਾਤੀ ਥੰਪ ਕਰਕੇ ਕਿਹਾ ਸੀ ਕਿ 29 ਮੋਬਾਈਲ ਫੋਨ ਰਿਕਵਰ ਹੋਏ ਹੈ। ਵੈਸੇ 29 ਮੋਬਾਈਲ ਫੋਨ ਰਿਕਵਰ ਹੋਣਾ ਕੋਈ ਅਪਰਾਧ ਨਹੀਂ ਹੈ। ਹਾਊਐਵਰ 0 ਮੋਬਾਈਲ ਰਿਕਵਰ ਹੋਏ ਨੇ, ਘਰ ਵਿੱਚੋਂ 10 ਰੁਪਏ ਰਿਕਵਰ ਨਹੀਂ ਹੋਏ। ਤੁਸੀਂ 500, ਹਾਂ ਮੇਰੇ ਕੋਲ ਫਰਦ ਜਮ੍ਹਾਂ ਤਲਾਸ਼ੀ ਹੈ ਜੀ, ਆਈਵ ਸ਼ੋਨ ਇਟ ਟੂ ਐਵਰੀਬਾਡੀ। ਇਸ ਜਿਹੜੀ ਫਰਦ ਇਹਨਾਂ ਨੇ ਲਈ ਹੈ, 10 ਰੁਪੀਜ਼ ਦਾ ਨੋਟ ਨਹੀਂ ਮਿਲਿਆ ਇਹਨਾਂ ਨੂੰ, ਗੱਲ 540 ਕਰੋੜ ਦੀ ਕਰਦੇ ਨੇ। ਇੱਕ ਮੋਬਾਈਲ ਫੋਨ ਨਹੀਂ ਮਿਲਿਆ, 2 ਲੈਪਟਾਪ ਮਿਲੇ ਦੋਨੋਂ ਬੱਚਿਆਂ ਦੇ, ਮਾਈਨਰਸ ਦੇ ਜਿਹੜੇ ਸਕੂਲ 'ਚ ਜਾਂਦੇ ਨੇ। ਮਾਈ ਚਿਲਡਰਨ ਹੈਵ ਈਚ 1 ਲੈਪਟਾਪ ਈਚ, ਯੋਰ ਚਿਲਡਰਨ ਮਸਟ ਬੀ ਹੈਵਿੰਗ ਅ ਲੈਪਟਾਪ ਈਚ, ਦੈਟਸ ਦ ਮੈਂਡੇਟ ਨਾਓ ਜੀ। ਉਹ ਰਿਕਵਰ ਹੋਇਆ, ਮੈਥਸ ਐਂਡ ਸਾਇੰਸ ਉਹਦੇ ਵਿੱਚੋਂ ਕੱਢ ਲਿਓ ਤੁਸੀਂ, ਦੈਟਸ ਆਲ ਦੇयर ਇਜ਼ ਟੂ ਇਟ। ਔਰ ਜਿੱਥੋਂ ਤੱਕ ਗੱਲ ਕਰੀਏ ਅਸੀਂ ਸਾਰੇ ਲਾਅ ਦੇ ਪ੍ਰੋਸੀਜਰ ਦੀ ਪੂਰੀ ਦੀ ਪੂਰੀ, ਕਿਉਂਕਿ ਉਹ ਬਹੁਤ ਲੰਬਾ ਚੌੜਾ ਚਿੱਠਾ ਸੀ, 10-12 ਸਾਲ ਉਹ ਚੀਜ਼ ਘੁੰਮਦੀ ਰਹੀ। NDPS ਐਕਟ, ਮਜੀਠੀਆ ਨਸ਼ੇ, ਮਜੀਠੀਆ ਹੀ ਘਰ ਘਰ ਨਸ਼ੇ ਭੇਜ ਰਹੇ ਨੇ, ਸਾਰੀਆਂ ਚੀਜ਼ਾਂ। ਪਰ ਜੇ ਲਾਅ ਦੇ ਫਰੇਮ 'ਚ ਜਾ ਕੇ ਕਿ ਜਿਵੇਂ ਤੁਸੀਂ ਕਹਿੰਦੇ ਹੋ ਕਿ ਉਹ ਤਾਂ ਆਊਟ ਹੀ ਕਰ ਦਿੱਤੇ, ਪਰ ਫਿਰ ਵੀ ਉਹ 3 ਜਿਹੜੀਆਂ ਖਾਸ ਕਰਕੇ ਬਾਰ-ਬਾਰ ਹੁਣ ਵੀ ਜ਼ਿਕਰ ਆਉਂਦਾ, 3 ਰਿਪੋਰਟਾਂ ਨਹੀਂ ਖੁੱਲੀਆਂ ਸੀ, ਉਸ ਚੀਜ਼ ਦਾ ਵੀ ਜ਼ਿਕਰ ਬਾਰ-ਬਾਰ ਹੁਣ ਦੁਬਾਰਾ ਤੋਂ ਕਰਨ ਲੱਗ ਪਏ ਨੇ। ਔਰ ਦੂਸਰੀ ਗੱਲ ਇੱਕ ਹੋਰ ਜਿਹੜੀ ਉਹਨਾਂ ਨੇ ਕਹੀ ਹੈ, ਉਹ ਕਹਿੰਦੇ ਜੀ ਇਹ ਪਾਵਰਫੁਲ ਬਹੁਤ ਸੀਗੇ, ਇਸ ਕਰਕੇ ਉਸ ਇਨਫਲੂਐਂਸ਼ੀਅਲ ਬਹੁਤ ਸੀਗੇ, ਇਸ ਕਰਕੇ ਉਹਨਾਂ ਨੇ ਕਿਸੇ ਦੇ ਪੈਰ ਨਹੀਂ ਲੱਗਣ ਦਿੱਤੇ ਸੁਪਰੀਮ ਕੋਰਟ ਤੱਕ। ਵਾਕਈ ਇਹ ਹੋ ਸਕਦਾ ਹੁੰਦਾ ਵੀ ਬੰਦਾ ਕੋਰਟਾਂ ਤੋਂ ਵੀ ਉੱਪਰ ਹੋ ਜਾਵੇ, ਇੰਨਾ ਜ਼ਿਆਦਾ ਇਨਫਲੂਐਂਸ਼ੀਅਲ ਹੋਵੇ? ਇਹ ਤਾਂ ਮਤਲਬ ਕੰਟੈਂਪਚੁਅਸ ਗੱਲ ਹੈ। ਹਰ ਕਿਸੇ ਦਾ ਸਿਰ ਝੁਕਦਾ ਹੈ ਇਨ ਦ ਡਿਊ ਪ੍ਰੋਸੈਸ ਆਫ ਲਾਅ ਵਿਚ ਇਜ਼ ਰਿਪਰੈਜ਼ੈਂਟਡ ਬਾਈ ਆਨਰੇਬਲ ਕੋਰਟਸ। ਇਹ ਜੀ ਗੱਲ ਕਰਨੀ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀ। ਲੈਟਸ ਨਾਟ ਪਲੇ ਵਿਦ ਦ ਪ੍ਰੋਸੈਸ ਆਫ ਲਾਅ। ਤੇ ਵਾਟ ਵਾਸ ਯੋਰ ਨੈਕਸਟ ਕੁਐਸਚਨ? ਕਿ ਇਹ ਸਾਰਾ ਦਾ ਸਾਰਾ ਇਨਫਲੂਐਂਸ਼ੀਅਲ ਨੇ ਔਰ ਉਹਦੇ ਬਾਅਦ ਕੋਰਟਾਂ ਤੋਂ ਉੱਪਰ ਹੋ ਜਾਂਦੇ, ਜੁਡੀਸ਼ਰੀ ਤੋਂ ਉੱਪਰ। ਜਿਹੜੀ 3 ਰਿਪੋਰਟਾਂ ਦੀ ਗੱਲ ਕੀਤੀ ਹੈ ਕਿ ਉਹ ਸੀਲਡ ਰਹਿ ਗਈਆਂ, ਆਈ ਪਲੇਸ ਇਟ ਔਨ ਰਿਕਾਰਡ ਬਿਫੋਰ ਯੂ ਦੈਟ ਅੱਜ ਦੀ ਡੇਟ ਵਿੱਚ ਕੋਈ ਵੀ ਰਿਪੋਰਟ ਸੀਲਡ ਕਿਸੇ ਵੀ ਕੋਰਟ ਵਿੱਚ ਨਹੀਂ ਹੈ। ਦੇ ਆਰ ਆਲ ਇਨ ਪਬਲਿਕ ਡੋਮੇਨ ਔਰ ਉਹ ਰਿਪੋਰਟਾਂ ਜਨਤਕ ਨੇ। ਔਰ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਹਾਈ ਕੋਰਟ ਤੋਂ ਕਿ ਔਨ ਦ ਬੇਸਿਸ ਆਫ ਦੋਜ਼ ਰਿਪੋਰਟਸ, इंटरलोक्यूटरी रिपोर्ट्स, सुपरसीडेड रिपोर्ट्स एफआईआर रजिस्टर हो। हाई कोर्ट ने मना करता सी, हाई कोर्ट ने मना करता सी। फिर डीजीपी सिद्धार्थ चट्टोपाध्याय ਨੂੰ ਲੈ ਕੇ ਆਏ, ਫਿਰ ਏਜੀ ਸਾਹਿਬ ਸੀਗੇ ਉਸ ਵੇਲੇ ਮਿਸਟਰ ਪਟਵਾਲੀਆ, ਇਹਨਾਂ ਦੀ 2 ਬੰਦਿਆਂ ਦੀ ਆਪਸ 'ਚ ਰეკਮੈਂਡੇਸ਼ਨ ਕਰਕੇ ਐਫਆਈਆਰ ਰਜਿਸਟਰ ਹੋਈ ਸੀ। ਸਾਬਕਾ ਜਿਹੜੇ ਸੀਐਮ ਨੇ ਚੰਨੀ, ਉਹ ਵੀ ਆਏ ਨੇ ਹੁਣ। ਉਹ ਕਹਿ ਰਹੇ ਨੇ ਕਿ ਮੇਰੇ ਟਾਈਮ ਤੇ ਅਸੀਂ ਕੀਤਾ ਸੀ ਪਹਿਲੇ NDPS ਵਾਲਾ ਜਿਹੜਾ ਐਕਟ ਹੈਗਾ, ਉਹ ਹੁਣ ਇਹ ਵੀ ਕਹਿ ਰਹੇ ਨੇ ਕਿ ਅਸੀਂ ਇੱਕ ਵਾਰ ਉਹਨਾਂ ਨੇ ਕਿਹਾ ਸੀ ਵੀ ਇੱਦਾਂ ਘਰ 'ਚ ਨਹੀਂ ਸੀ ਜਾਣਾ ਚਾਹੀਦਾ, ਪਰ ਹੁਣ ਉਹਨਾਂ ਦੀ ਜਿਹੜੀ ਨਵੀਂ ਸਟੇਟਮੈਂਟ ਆਈ ਉਹਦੇ ਵਿੱਚ ਤਾਂ ਉਹ ਕਹਿ ਰਹੇ ਨੇ ਕਿ ਮੈਂ ਵੀ ਜੁਆਇਨ ਕਰੂੰਗਾ ਜੇ ਮੈਨੂੰ ਜੁਆਇਨ ਕਰਨ ਵਾਸਤੇ ਇਨਵੈਸਟੀਗੇਸ਼ਨ ਕਹੀ। ਤੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਕਹਿੰਦੇ ਵੀ ਜਿਹੜੀ ਹੈ ਨਵੀਂ DA ਦੀ ਦਿੱਤੀ ਹੈਗੀ, ਉਹਦੀਆਂ 2-3 ਲਾਈਨਾਂ ਤਾਂ ਪਹਿਲੀਆਂ ਮੇਰੇ ਵਾਲੀ FIR ਦੀਆਂ ਹੀ ਹੈਗੀਆਂ। ਪੋਲੀਟੀਕਲ ਕੰਪਲਸ਼ਨਸ ਐਂਡ ਪੋਲੀਟੀਕਲ ਮਜਬੂਰੀਆਂ ਨੇ ਜੀ ਇਹ ਸਟੇਟਮੈਂਟਸ ਦੀਆਂ। ਆਈ ਵੁੱਡ ਰਾਦਰ ਰੈਜ਼ਿਸਟ ਫਰਮ ਮੇਕਿੰਗ ਐਨੀ ਸੱਚ ਕਮੈਂਟਸ ਔਨ ਇਟ। ਮੇਰੇ ਤੇ ਤੁਸੀਂ ਇਹ ਮੈਰਿਟਸ ਆਫ ਦ ਕੇਸ ਦੀ ਗੱਲ ਕਰ ਲਓ ਜੀ। ਉਹਦੇ ਵਿੱਚ ਜਿਹੜਾ ਖਾਸ ਕਰਕੇ ਉੱਥੋਂ ਮਜੀਠਾ ਤੋਂ ਜਿਹੜੇ MLA ਨੇ, ਗਨੀਵ ਕੌਰ ਧਰਮ ਪਤਨੀ ਨੇ ਵਿਕਰਮ ਸਿੰਘ ਮਜੀਠੀਆ ਦਾ, ਉਹਨਾਂ ਦੇ ਵੀ ਜ਼ਿਕਰ ਜਿਹੜਾ FIR ਜੋ DA ਵਾਲੇ ਵਿੱਚ ਦਿੱਤਾ ਗਿਆ, ਉਹ ਸਾਰਾ ਦਾ ਸਾਰਾ ਮਾਮਲਾ ਕੀ ਸੋਚਦੇ ਹੋ ਤੁਸੀਂ ਉਹਦੇ ਬਾਰੇ? ਵੈਰੀ ਅਨਫੋਰਚੂਨੇਟ। ਸਾਡੇ ਮਤਲਬ ਤੁਸੀਂ ਆਪਦੇ ਏਜੰਡੇ ਮਗਰ ਪੰਜਾਬ ਦਾ ਸੱਭਿਆਚਾਰ ਭੁੱਲ ਚੁੱਕੇ ਹੋ। ਕਿਸੇ ਦੇ ਘਰ ਦੇ ਅੰਦਰ ਜਾ ਕੇ ਨਹੀਂ ਕਿਸੇ ਔਰਤ ਨੂੰ ਨਹੀਂ ਹੱਥ ਪਾਈਦਾ ਜੀ, ਇਹ ਗਲਤ ਹੈ ਔਰ ਪੰਜਾਬੀ ਨੂੰ ਕਦੀ ਬਰਦਾਸ਼ਤ ਨਹੀਂ ਕਰਨਗੇ। ਐਂਡ ਗੋਡ ਫੋਰਬਿਡ ਇਫ ਦੇ ਟੇਕ ਦਿਸ ਸਟੂਪਿਡ ਸਟੈਪ, ਦੇ ਵਿਲ ਬੀ ਰੀਅਲੀ ਫੂਲਿਸ਼। ਲੋਕ ਨਹੀਂ ਮਾਫ ਕਰਨਗੇ ਜੀ, ਦਿਸ ਇਜ਼ ਟੇਕਿੰਗ ਇਟ ਟੂ ਫਾਰ। ਲਾਅ ਦੀ ਪੈਰੀਫਰੀ ਦੇ ਵਿੱਚ ਕੁਝ ਰਹਿਤਾ ਨਹੀਂ ਕਿ ਜਿਹੜਾ ਤੁਹਾਨੂੰ ਲੱਗਦਾ ਕਿ ਇੰਪੋਰਟੈਂਟ ਹੈ ਔਰ ਲੋਕਾਂ ਨਾਲ ਸਾਂਝਾ ਕਰਨਾ ਚਾਹੀਦਾ, ਜਿਹੜੀ ਖਾਸ ਕਰਕੇ ਸਾਰੀ ਟੱਸਲ ਚੱਲ ਰਹੀ ਹੈ? ਮੈਂ ਇਸੇ ਕਰਕੇ ਤੁਹਾਨੂੰ ਇੰਟਰਵਿਊ ਦੇ ਰਿਹਾ ਜੀ, ਬੜਾ ਇੰਪੋਰਟੈਂਟ ਹੈ ਬਿਕੋਜ਼ ਪ੍ਰੋਸੈਸ ਆਫ ਲਾਅ 'ਚ ਦੇ ਆਰ ਨਾਟ ਇੰਟਰਸਟਿਡ ਦ ਅਦਰ ਸਾਈਡ। ਦੇ ਆਰ ਇੰਟਰਸਟਿਡ ਇਨ painting him as a bad boy. We are there now to defend him because I have the court orders. They are baseless false allegations and the dirty tricks department. We have court orders and therefore I am here to challenge
the DGP, the Advocate General, the Chief Minister, you don't give one-sided bites and create posters and make him feel and make him look bad. You talk about merits, you talk about the evidence, you talk about the FIR, you talk about court orders, और तुसी साडे नाल debate करो. ਸਰਕਾਰ ਔਰ ਉਹ ਕਹ ਰਹੀ ਹੈ ਕਿ ਸਬੂਤ ਪੱਕੇ ਨੇ, ਅਸੀਂ ਪੱਕੇ ਪੈਰੀ ਹੈਗੇ ਆ। ਮੁੱਖ ਮੰਤਰੀ ਸਾਹਿਬ ਵੀ ਕਹਿ ਰਹੇ ਕਿ ਅਸੀਂ ਸਾਰਾ ਕੁਝ ਐਤਕੀ ਪੱਕੇ ਪੈਰੀ ਲੈ ਕੇ ਆਏ ਆ। ਕੁਝ ਵੀ ਐਸਾ ਨਹੀਂ ਹੈ ਕਿ ਸਾਡਾ, ਕਿਉਂਕਿ ਉਹ ਪਹਿਲੇ ਵੀ ਸਰਕਾਰ ਬਾਬਾ ਕਹਿੰਦੀ ਰਹੀ ਹੈ ਕਿ ਕੋਰਟਾਂ ਦੇ ਵਿੱਚ ਅਸੀਂ ਤਾਂ ਹੀ ਜਾ ਰਹੇ ਹਾਂ, ਕੋਈ ਵੀ ਕੰਮ ਇੱਦਾਂ ਹੀ ਸਟੈਪ ਚੁੱਕ ਰਹੇ ਹਾਂ ਕਿ ਪਹਿਲੇ ਅਸੀਂ, ਔਰ ਪੁੱਛਿਆ ਜਾ ਰਿਹਾ ਕਿ 3 ਸਾਲ ਡਿਲੇ ਕਿਉਂ ਹੋ ਗਏ, 3.5 ਸਾਲ ਡਿਲੇ ਕਿਉਂ ਹੋ ਗਏ। ਉਹ ਕਹਿੰਦੇ ਤਾਂ ਹੀ ਕਰਕੇ ਡਿਲੇ ਹੋਏ ਨੇ ਕਿਉਂਕਿ ਅਸੀਂ ਐਵੀਡੈਂਸਿਸ ਨੂੰ ਪੱਕਾ ਕਰ ਰਹੇ ਸੀਗੇ। ਦੇਖੋ ਜਿਹੜੀ ਇਹ ਸਟੇਟਮੈਂਟ ਮੈਂ ਦੇਖੀ ਹੈ ਕਿ ਮੈਂ ਅਸੀਂ ਪੱਕੀ ਪੈਰ ਚੱਲੇ ਹਾਂ, ਉਸ ਸਟੇਟਮੈਂਟ 'ਚ ਕਿਹਾ ਸੀ 29 ਮੋਬਾਈਲ ਫੋਨ ਰਿਕਵਰ ਹੋਏ ਆ, ਜਦ ਇੱਕ ਵੀ ਨਹੀਂ ਹੋਇਆ। ਸੋ ਜਿਹੜਾ ਝੂਠ ਦਾ ਪਲੰਦਾ ਉਹਨੇ ਝੂਠ ਹੀ ਰਹਿਣਾ। ਪਰ ਜੇ ਤੁਸੀਂ ਇੰਨੇ ਪੱਕੇ ਪੈਰ ਹੋ NDPS ਦੇ ਕੇਸ 'ਚ, ਸਰਕਾਰ ਤੁਹਾਡੀ ਹੈ, ਟਰਮ ਤੁਹਾਡਾ ਖਤਮ ਹੋਣ ਲੱਗਿਆ, ਤੁਸੀਂ ਚਲਾਨ ਕਿਉਂ ਨਹੀਂ ਪੇਸ਼ ਕਰਦੇ NDPS ਕੇਸ 'ਚ? ਵਾਟ ਇਜ਼ ਸਟਾਪਿੰਗ ਯੂ? ਬੜੇ ਪੱਕੀ ਪੈਰ ਹੋ ਗਏ ਜੀ, ਬੜੇ ਤੁਹਾਡੇ ਕੋਲ ਸਬੂਤ ਆ ਗਏ, ਚਲਾਨ ਦਿਓ ਨਾ। ਕਹਿੰਦੇ ਨੈਟਵਰਕ ਸਾਰਾ ਦੇਖਾਂਗੇ, ਅਗਰ ਹੋਰ ਟਾਈਮ ਲਾ ਲਓ ਤਾਂ ਸਮਾਂ ਮੁੱਕਣ ਲੱਗਾ। ਇਟਸ ਆਲਮੋਸਟ ਓਵਰ ਦ ਟਰਮ। FIR ਰਜਿਸਟਰ ਕੀਤੀ ਹੈ, ਬੰਦਾ ਜ਼ਮਾਨਤ ਤੇ ਬਾਹਰ ਆ ਗਿਆ, ਚਲਾਨ ਦਿਓ। let your ਪੱਕੇ ਪੈਰ ਇਨਵੈਸਟੀਗੇਸ਼ਨ suffer the scrutiny of the judicial process. ਬਹੁਤ ਬਹੁਤ ਧੰਨਵਾਦ ਤੁਹਾਡਾ। Thank you so much. ਸਾਡੇ ਨਾਲ ਸੀਗੇ ਐਡਵੋਕੇਟ ਦਮਨਵੀਰ ਸੋਗਤੀ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਔਰ ਬਹੁਤ ਹੀ ਜ਼ਿਆਦਾ ਡਿਟੇਲ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਹੈ। ਪਰ ਉਹਨਾਂ ਦਾ ਇਹੀ ਕਹਿਣਾ ਹੈ ਕਿ ਲੱਗਦਾ ਬਿਲਕੁਲ ਸਾਫ਼ ਗੋਈ ਨਾਲ ਇਹੀ ਹੈ ਕਿ ਪੋਲੀਟੀਕਲ ਵੈਂਡੇਟਾ ਹੈਗਾ। ਪਰ ਜਿਹੜਾ ਉਹ ਕਹਿੰਦੇ ਕਿ ਮੇਰੇ ਕੋਲ ਸਾਰਾ ਆਰਡਰ ਹੈਗਾ ਖਾਸ ਤੌਰ ਤੇ, ਔਰ ਉਸ ਆਰਡਰ ਦੇ ਵਿੱਚ ਜਿਹੜੀ ਖਾਸ ਡਾਊਨ ਦ ਲਾਈਨ ਗੱਲ ਹੈਗੀ ਹੈ, ਬਾਟਮ ਲਾਈਨ ਇਹੀ ਹੈਗੀ ਹੈ, ਕਰਕਸ ਆਫ ਦਾ ਮੈਟਰ ਇਹੀ ਹੈਗਾ ਕਿ ਵਿਕਰਮ ਸਿੰਘ ਮਜੀਠੀਆ ਕਿਤੇ ਵੀ ਡਰੱਗ ਦੇ ਵਿੱਚ ਇਨਵੋਲਵ ਨਹੀਂ ਨੇ। ਕੈਮਰਾ ਪਰਸਨ ਸਬਜੀਤ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। अब धर्म, धरोहर, संस्कृति और सेहत की होगी बात। अब D5 चैनल हिंदी भी होगा साथ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।